Everyone, welcome back to my channel, and today we are going to talk about the next cue card, that is describe an interesting conversation you had with someone. ਇੱਕ interesting conversation ਦੱਸਣੀ ਜਦੋਂ ਤੁਸੀਂ ਕਿਸੇ ਨਾਲ ਤੁਹਾਡੀ ਕੋਈ conversation ਹੋਈ ਹੋਵੇ ਤੇ ਇੰਟਰਸਟਿੰਗ ਕਨਵਰਸੇਸ਼ਨ ਦੱਸਣੀ ਹੈ ਤੇ ਇੰਟਰਸਟਿੰਗ ਵੇ ਵਿੱਚ ਹੀ ਆਪਾਂ ਇਸ ਨੂੰ ਐਕਸਪਲੇਨ ਕਰਾਂਗੇ। ਸੋ ਲੈਟਸ ਸਟਾਰਟ ਇਟ। आई वुड कंसीडर माई सैल्फ एन इंट्रोवर्ट कि मैं आपदे आप एक इंट्रोवर्ट पर्सन कहना। इंट्रोवर्ट होंगे जेडे घट बोलने वाले। देखो पिछले लगातार 4-5 क्यू कार्ड्स तो मैं तुहानूं वर्ड्स दस रही हाँ कि किस जिमें जो शॉपिंग करता शॉपाहॉलिक होंदा है, ऑडियो फाइल कौन होंगे, फूडी पर्सन कौन है, उदा ही अज आप गल कर रहे हैं इंट्रोवर्ट की कि मैं आपदे आप नूं इंट्रोवर्ट कंसीडर करदा। सो स्ट्राइकिंग अप अ कन्वरसेशन विद अ स्ट्रेंजर इज़ इनलाइकली। तो किसी अजनबी ने नाल जे मैं कोई कन्वरसेशन स्टार्ट करा तो यह सही नहीं लाइक मुमकिन नहीं, मैं नहीं करदा। इन फैक्ट ईवन वैन आई एम नॉट लिसनिंग टू म्यूजिक कि उन्हें कहा कि इत्थों तक कि जदों कदे मैं म्यूजिक नहीं सुन रहा हुन्ना, आई फ्रीकुएंटली वेयर हैडफोन्स टू रिस्ट्रिक्ट टॉक्स विद स्ट्रेंजर्स। तो मैं जल्दी जल्दी हैडफोन्स नूं आपदे कन्नां ते ला लैना ताकि मैं स्ट्रेंजर्स दे नाल गलबात ना करा। बट देयर वॉज वन डे, एक दिन सी वैन आई डिसाइडेड टू डेविएट फ्रॉम माई यूजल रूटीन, जदों मैं आपदे रोज़ वाले रूटीन तो डेविएट होने की सोची एंड गो आउट विदाउट माई हैडफोन्स। तो मैं बाहर आपदे हैडफोन्स तो बिना गया। आई स्टेड इन अ ब्राइट स्टार होटल इन श्री गंगानगर फ्यू ईयर्स बैक कि मैं एक गंगानगर पिछले कुछ साल पहला आई बिलीव इट वॉज अराउंड 2014 मैं एक होटल विच रुकिया। दिस होटल हैड रिसीव्ड एक्सीलेंट रिव्यूज़। इस ਜਿਹੜਾ ਹੋਟਲ ਸੀ ਉਹਨੂੰ ਬਹੁਤ ਵਧੀਆ ਰਿਵਿਊਜ਼ ਮਿਲੇ ਹੋਏ ਸੀ। ਸੋ ਆਈ ਚੋਜ਼ ਇਟ, ਇਸ ਲਈ ਮੈਨੂੰ ਚੂਜ਼ ਕੀਤਾ। ਮੋਸਟ ਇੰਡੀਵਿਜੂਅਲਸ ਸੈਡ ਦੈਟ ਸਿਟਿੰਗ ਐਟ ਦ ਬਾਰ allowed them to quickly make acquaintances। acquaintances ਕੀ ਹੁੰਦਾ ਹੈ? ਫਰੈਂਡਸ। ਮੈਂ ਤੁਹਾਨੂੰ ਕਿਊ ਕਾਰਡ ਦੇ ਵਿੱਚ ਦੱਸਿਆ ਸੀ ਕਿ ਇਹਨਾਂ ਦਾ ਮਤਲਬ ਹੁੰਦਾ ਫਰੈਂਡਸ ਕਿ ਮੋਸਟਲੀ ਲੋਕ ਕਹਿੰਦੇ ਆ ਕਿ ਉੱਥੇ ਇੱਕ ਬਾਰ ਹੈ, ਉਹਦੇ ਵਿੱਚ ਜੇ ਆਪਾਂ ਬੈਠਦੇ ਹਾਂ ਤਾਂ ਆਪਾਂ ਮਤਲਬ ਈਜ਼ੀਲੀ ਲੋਕਾਂ ਨੂੰ ਆਪਦੇ ਫਰੈਂਡਸ ਬਣਾ ਸਕਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਵਿਦ ਅਦਰ ਪੀਪਲ। ਸੋ ਦੈਟਸ ਐਗਜ਼ੈਕਟਲੀ ਵਾਟ ਆਈ ਡਿਡ। ਅਤੇ ਸੇਮ ਮੈਂ ਕੀ ਕੀਤਾ, ਮੈਂ ਵੀ ਉੱਦਾਂ ਹੀ ਕੀਤਾ, ਲਾਈਕ ਬਾਰ ਦੇ ਵਿੱਚ ਜਾ ਕੇ ਬਹਿ ਗਿਆ। ਵਾਈਲ ਸਿਟਿੰਗ ਦੇਅਰ, ਜਦੋਂ ਮੈਂ ਉੱਥੇ ਬੈਠਾ ਸੀ, ਦੇਅਰ ਵॉज ਅ ਗਾਏ ਫਰੋਮ ਹਰਿਆਣਾ ਹੂ ਵॉज ਵਰਕਿੰਗ ਐਜ਼ ਐਨ ਐਂਟਰਪ੍ਰੇਨਿਓਰ। ਉੱਥੇ ਇੱਕ ਬੰਦਾ ਆਇਆ ਜਿਹੜਾ ਕਿ ਹਰਿਆਣਾ ਤੋਂ ਸੀ, ਉਹ ਇੱਕ ਐਜ਼ ਅ ਐਂਟਰਪ੍ਰੇਨਿਓਰ ਕੰਮ ਕਰ ਲਿਆ, ਕਿ ਇੱਕ ਬਿਜ਼ਨਸਮੈਨ ਸੀਗਾ। ਹੀ ਸੈਟ ਡਾਊਨ ਨੈਕਸਟ ਟੂ ਮੀ, ਉਹ ਮੇਰੇ ਨਾਲ ਹੀ ਬੈਠ ਗਿਆ ਔਨ ਦਾ ਬਾਰ ਸਟੂਲ ਐਂਡ ਪਲੇਸਡ ਐਨ ਆਰਡਰ ਫॉर ਅ ਬੀਅਰ। ਤਾਂ ਉਹਨੇ ਬੀਅਰ ਦੇ ਲਈ ਇੱਕ ਆਰਡਰ ਦਿੱਤਾ। ਹੀ ਸਟਰਕਡ ਅਪ ਅ ਕਨਵਰਸੇਸ਼ਨ ਵਿਦ ਮੀ ਵਿਦਾਊਟ ਹੈਜ਼ੀਟੇਸ਼ਨ, ਬਿਨਾਂ ਕਿਸੇ ਹੈਜ਼ੀਟੇਸ਼ਨ ਦੇ ਉਹਨੇ ਇੱਕ ਕਨਵਰਸੇਸ਼ਨ ਮੇਰੇ ਨਾਲ ਸਟਾਰਟ ਕਰ ਲਈ। ਹੀ ਟਾਕਡ ਫॉर ਆਵਰਸ, ਉਹ ਕਈ ਘੰਟੇ ਤੱਕ ਗੱਲ ਕਰੀ ਗਿਆ। ਡਿਸਕਸਿੰਗ ਐਵਰੀਥਿੰਗ ਐਂਡ ਐਨੀਥਿੰਗ, ਹਰ ਕਿਸੇ ਦੇ ਬਾਰੇ, ਹਰ ਇੱਕ ਚੀਜ਼ ਦੇ ਬਾਰੇ ਉਹਨੇ ਡਿਸਕਸ ਕੀਤੀ। ਆਈ ਐਕਿਊਮੂਲੇਟਿਡ ਟੂ ਮਚ ਨੌਲੇਜ ਅਬਾਊਟ ਹਿਜ਼ ਕਲਚਰ, ਮੈਂ ਉਹਦੇ ਕਲਚਰ ਦੇ ਬਾਰੇ ਬਹੁਤ ਸਾਰਾ ਨੌਲੇਜ ਇਕੱਠਾ ਕੀਤਾ। ਐਕਿਊਮੂਲੇਟਿਡ ਹੁੰਦਾ ਇਕੱਠਾ ਕਰਨਾ। ਆਊਟਲੁੱਕ ਟੁਵਾਰਡਸ ਲਾਈਫ, ਉਹਦੇ ਕੀ ਐਟੀਟਿਊਡ ਆ ਉਹਦਾ ਲਾਈਫ ਦੇ ਪ੍ਰਤੀ, ਉਸ ਚੀਜ਼ ਨੂੰ ਮੈਂ ਦੇਖਿਆ। ਕੀ ਪੁਆਇੰਟਸ ਆਫ ਸਕਸੈਸ, ਕੀ ਸਕਸੈਸ ਦੇ ਕੀ ਪੁਆਇੰਟਸ, ਮਤਲਬ ਕਿਹੜੇ ਇਹੋ ਜਿਹੇ ਪੁਆਇੰਟਸ ਹੈ ਜਿਨ੍ਹਾਂ ਨੂੰ ਲਾਈਕ ਚੂਜ਼ ਕਰਕੇ ਆਪਾਂ ਸਕਸੈਸ 'ਤੇ ਪਹੁੰਚ ਸਕਦੇ ਹਾਂ। ਐਂਡ ਮਾਰਕੀਟਿੰਗ ਸਟ੍ਰੈਟੇਜੀਜ਼, ਬਿਕੋਜ਼ ਉਹ ਐਂਟਰਪ੍ਰੇਨਿਓਰ ਸੀ ਤਾਂ ਮੈਂ ਮਾਰਕੀਟਿੰਗ ਸਟ੍ਰੈਟੇਜੀਜ਼ ਵੀ ਉਹ ਤੋਂ ਸਿੱਖੀਆਂ। ਹੀ ਡਿਡ ਨੋਟ ਈਵਨ ਅਟੈਂਪਟ ਟੂ ਵੇ ਦ ਬੈਨੀਫਿਟਸ ਐਂਡ ਡਰੋਬੈਕਸ ਵਿਦ ਮੀ, ਈਵਨ ਉਹਨੇ ਇਹ ਨਹੀਂ ਦੇਖਿਆ ਕਿ ਕਿਹੜੀ ਚੀਜ਼ ਦੇ ਬੈਨੀਫਿਟ ਹੋਊਗਾ, ਕਿਹੜੀ ਚੀਜ਼ ਦਾ ਡਰੋਬੈਕ ਹੋਊਗਾ, ਮਤਲਬ ਉਹ ਲੰਬੇ ਸਮੇਂ ਤੱਕ ਮੇਰੇ ਨਾਲ ਗੱਲ ਹੀ ਕਰੀ ਆ। ਇੰਸਟੈਡ ਆਸਕਿੰਗ ਮੀ ਦ ਪ੍ਰੋਬਲਮ ਆਈ ਐਮ ਗੋਇੰਗ ਥਰੂ, ਇਹਦੇ ਬਜਾਏ ਉਹਨੇ ਮੈਨੂੰ ਇਹ ਵੀ ਪੁੱਛਿਆ। ਉਹਨੇ ਮਤਲਬ ਇੱਕ ਤਰ੍ਹਾਂ ਦਾ ਬਿਜ਼ਨਸਮੈਨ ਸੀਗਾ, ਫਿਰ ਵੀ ਉਹਨੇ ਆਪਦਾ ਫਾਇਦਾ ਨੁਕਸਾਨ ਨਹੀਂ ਦੇਖਿਆ। ਉਹਨੇ ਉਸ ਦੀ ਬਜਾਏ ਉਸਨੇ ਮੈਨੂੰ ਪੁੱਛਿਆ ਕਿ ਤੈਨੂੰ ਕਿਸ ਟਾਈਪ ਦੀਆਂ ਪ੍ਰੋਬਲਮਸ ਦੇ ਵਿੱਚ ਕੀ ਪ੍ਰੋਬਲਮ ਹੈ ਤੁਹਾਨੂੰ, ਜਿਨ੍ਹਾਂ ਦੇ ਵਿੱਚ ਦੀ ਮੈਂ ਜਾ ਮਤਲਬ ਗੋਇੰਗ ਥਰੂ ਹੋ ਰਿਹਾ ਸੀ, ਮੈਨੂੰ ਪ੍ਰੋਬਲਮ ਸੀ। ਹੀ ਗੇਵ ਸਮ ਐਡਵਾਈਸਿਸ, ਉਹਨੇ ਮੈਨੂੰ ਕੁਛ ਐਡਵਾਈਸਿਸ ਦਿੱਤੀਆਂ ਦੈਟ ਹਾਊ ਟੂ ਓਵਰਕਮ ਫਰੋਮ ਦੀਜ਼ ਪ੍ਰੋਬਲਮਸ, ਕਿ ਇਹਨਾਂ ਪ੍ਰੋਬਲਮਸ ਦੇ ਵਿੱਚੋਂ ਬਾਹਰ ਕਿਵੇਂ ਨਿਕਲਿਆ ਜਾਂਦਾ ਹੈ। ਈਵਨ ਦੋ ਹੀ ਵॉज ਅ ਵੈਰੀ ਰਿਚ ਐਂਡ ਸਕਸੈਸਫੁਲ ਪਰਸਨ, ਭਲਾ ਹੀ ਉਹ ਬਹੁਤ ਜ਼ਿਆਦਾ ਰਿਚ ਅਤੇ ਇੱਕ ਸਕਸੈਸਫੁਲ ਪਰਸਨ ਸੀਗਾ, ਪਰ ਹੀ ਸੀਮਡ ਵੈਰੀ ਡਾਊਨ ਟੂ ਅਰਥ, ਉਹ ਬੜਾ ਹੀ ਡਾਊਨ ਟੂ ਅਰਥ ਲੱਗ ਰਿਹਾ ਸੀ। ਐਂਡ ਪੋਲਾਈਟ, ਬੜਾ ਹੀ ਪੋਲਾਈਟ ਸੀ। ਡਿਡ ਨੋਟ, ਐਂਡ ਉਸ ਤੋਂ ਬਾਅਦ ਪੋਲਾਈਟ ਐਂਡ ਡਿਡ ਨੋਟ ਸ਼ੋ ਆਫ ਇਨ ਫਰੰਟ ਆਫ ਅਦਰ, ਅਤੇ ਦੂਸਰਿਆਂ ਸਾਹਮਣੇ ਉਹ ਕੋਈ ਸ਼ੋ ਆਫ ਨਹੀਂ ਕਰਦਾ ਸੀ। ਆਈ ਈਵਨ ਡਿਡ ਨੋਟ ਨੋ ਵੈਨ 2 ਆਵਰਸ ਵਰ ਸਪੈਂਡ ਵਿਦ ਹਿਮ, ਮੈਨੂੰ ਆਪ ਨੂੰ ਵੀ ਈਵਨ ਇੱਥੋਂ ਤੱਕ ਨਹੀਂ ਪਤਾ ਚੱਲਿਆ ਕਿ 2 ਘੰਟੇ ਮੈਂ ਉਹਦੇ ਨਾਲ ਕਿੱਦਾਂ ਬਿਤਾ ਲਏ। ਦੈਨ ਵੀ ਸਵੈਪਡ ਫੋਨ ਨੰਬਰਸ ਐਂਡ ਸਟਿਲ ਵੀ ਆਰ ਇਨ ਕੰਟੈਕਟ, ਅਸੀਂ ਫੋਨ ਨੰਬਰ ਮਤਲਬ ਅਦਲਾ ਬਦਲੀ ਕੀਤੀ, ਮੈਂ ਉਹਦਾ ਨੰਬਰ ਲਿਆ, ਉਹਨੇ ਮੇਰਾ ਲਿਆ, ਅਤੇ ਅਸੀਂ ਹਜੇ ਵੀ ਕੰਟੈਕਟ ਦੇ ਵਿੱਚ। ਵੈਨ ਐਵਰ ਆਈ ਹੈਵ ਨਾਓ ਪ੍ਰੋਬਲਮ ਆਈਦਰ ਆਫ ਪ੍ਰੋਫੈਸ਼ਨਲ ਪਰਸਨਲ, ਆਈ ਆਸਕ ਫਰੋਮ ਹਿਮ ਐਂਡ ਹੀ ਨੈਵਰ ਡਿਨਾਈਡ ਟੂ ਮੀ ਐਂਡ ਬੈਸਟ ਟੂ ਦਾ ਹੈਲਪ ਵਿਦ ਓਪਨ ਆਰਮਸ। ਉਹਨੇ ਕਿਹਾ ਕਿ ਮੈਨੂੰ ਜਦੋਂ ਕਦੇ ਵੀ ਹੁਣ ਪ੍ਰੋਬਲਮ ਹੁੰਦੀ ਹੈ ਭਲਾਂ ਦੀ, ਆਈਦਰ ਔਰ ਦੀ ਸਟਰਕਚਰ ਬਣਾਈ ਹੈ। ਸੋ ਬਹੁਤ ਹੀ ਅੱਛੀ ਸਟਰਕਚਰ ਹੈ, ਤੁਸੀਂ ਇਹ ਬੋਡੀ ਪੈਰਾਗ੍ਰਾਫ ਟਾਸਕ 2 ਦੇ ਇੰਟਰੋਡਕਸ਼ਨ ਦੇ ਵਿੱਚ ਇਹ ਯੂਜ਼ ਕਰ ਸਕਦੇ ਹੋ ਜਦੋਂ ਤੁਸੀਂ
ਪੈਰਾਫਰੇਜ਼ ਕਰਦੇ ਹੋ। ਸੋ ਆਈਦਰ ਉਹ ਪ੍ਰੋਫੈਸ਼ਨਲ ਹੋਵੇ ਜਾਂ ਪਰਸਨਲ ਹੋਵੇ, ਮੈਂ ਉਹ ਤੋਂ ਆਈ ਆਸਕ ਫਰੋਮ ਹਿਮ, ਉਹ ਤੋਂ ਪੁੱਛਦਾ ਐਂਡ ਹੀ ਨੈਵਰ ਡਿਨਾਈ ਟੂ ਮੀ, ਉਹ ਮੈਨੂੰ ਕਦੇ ਵੀ ਨਾ ਨਹੀਂ ਕਰਦਾ ਅਤੇ ਮੈਨੂੰ ਹੈਲਪ ਦਿੰਦਾ ਵਿਦ ਓਪਨ ਆਰਮਸ, ਲਾਈਕ ਖੁਸ਼ੀ ਖੁਸ਼ੀ ਜਿਹਨੂੰ ਆਪਾਂ ਕਹਿੰਦੇ ਹਾਂ। ਇਵੈਂਚੁਅਲੀ ਦੈਟ ਵਾਜ਼ ਦ ਕਨਵਰਸੇਸ਼ਨ ਆਈ ਹੈਡ ਵਿਦ ਸਮਵਨ ਐਂਡ ਵਾਜ਼ ਵੈਰੀ ਐਕਸਾਈਟਿਡ, ਅਤੇ ਉਹ ਇੱਕ ਕਨਵਰਸੇਸ਼ਨ ਸੀ ਜਿਹੜੀ ਮੇਰੀ ਕਿਸੇ ਨਾਲ ਸੀਗੀ ਅਤੇ ਉਹ ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀ, ਐਂਡ ਆਈ ਵਾਜ਼ ਵੈਰੀ ਐਕਸਾਈਟਿਡ, ਅਤੇ ਮੈਂ ਬਹੁਤ ਐਕਸਾਈਟਿਡ ਸੀ ਉਦੋਂ। So this is the cue card with some idioms, with vocabulary and even with the cohesion and coherence। ਜਿਵੇਂ ਮੈਂ ਸਭ cue cards ਦੇ ਵਿੱਚ ਟਰਾਈ ਕੀਤਾ ਕਿ ਮੈਂ cohesion coherence ਨੂੰ fully maintain ਰੱਖਾਂ, ਉਹਦੀ ਸਟੋਰੀ ਨੂੰ ਵੀ ਲਾਈਕ ਆਪਾਂ ਡਾਇਵਰਟ ਨਾ ਹੋਈਏ, ਪਲੱਸ ਉਹਦੇ ਵਿੱਚ vocabulary, so each and everything ਅੱਜ ਵੀ ਕੀਤਾ ਗਿਆ। ਕੁਐਸਚਨ ਨੰਬਰ, ਵਟ ਡੂ ਮੈਨ ਲਾਈਕ ਟੂ ਟਾਕ ਅਬਾਊਟ, ਕਿ ਲੋਕ ਜਿਹੜੇ ਬੰਦੇ ਹੁੰਦੇ ਉਹ ਕਿਸ ਬਾਰੇ ਗੱਲ ਕਰਨਾ ਪਸੰਦ ਕਰਦੇ ਹੈ। ਮੈਨਸ ਸਪੋਰਟਸ ਆਰ ਅਨਦਰ ਪੋਪੂਲਰ ਟੋਪਿਕ, ਜਿਹੜਾ ਮੈਨ ਹੁੰਦੇ ਆ ਉਹਨਾਂ ਦਾ ਸਪੋਰਟਸ ਆਰ ਅਨਦਰ ਪੋਪੂਲਰ ਟੋਪਿਕ, ਸੌਰੀ ਇੱਥੇ ਅਨਦਰ ਨਹੀਂ ਆਊਗਾ, ਮੇ ਬੀ ਸਮ ਮਿਸਟੇਕ, ਕਿ ਮੈਨਸ ਦਾ ਜਿਹੜਾ ਹੈ ਉਹ ਸਪੋਰਟਸ ਬਹੁਤ ਪੋਪੂਲਰ ਟੋਪਿਕ ਹੈ। ਆਈ ਐਮ ਨੋਟ ਸ਼ੋਰ ਵਾਈ, ਮੈਨੂੰ ਨਹੀਂ ਪਤਾ ਕਿਉਂ, ਮੇ ਬੀ ਇਟ ਇਜ਼ ਕਲਚਰਲ, ਕਿਉਂਕਿ ਕਲਚਰਲੀ ਹੁੰਦਾ ਓਬਵੀਅਸਲੀ, ਜਿਹੜੇ ਕ੍ਰਿਕਟ ਵੀ ਕਲਚਰ, ਕਈ ਕਲਚਰ ਨਾਲ ਸਪੋਰਟਸ ਜੁੜੇ ਹੁੰਦੇ ਆ, ਬਟ ਦੇਅਰ ਵਿਲ ਬੀ ਟੀਅਰ ਅਪਾਰਟ ਦ ਕਰੰਟ game with a fine tooth comb after taking shop। Sorry, there was some mistakes in this, like in the device, so that's why। So men sports are another popular topic, ਕਿ men ਦਾ ਜਿਹੜਾ sport ਹੈ ਉਹ ਇੱਕ another top, like sports ਜਿਹੜਾ ਉਹਨਾਂ ਵਿੱਚ ਬਹੁਤ ਜ਼ਿਆਦਾ popular topic ਹੁੰਦਾ, ਤੇ ਮੈਂ sure ਨਹੀਂ ਕਿ ਕਿਉਂ, because ਇਹ ਹੋ ਸਕਦਾ culturally ਹੋਵੇ, but they will tear apart, but ਉਹ ਇਸ ਚੀਜ਼ ਤੋਂ ਬਹੁਤ ਦੂਰ ਹੈ। the current game, ਜਿਹੜੇ ਅੱਜ ਕੱਲ੍ਹ ਦੇ games ਚੱਲ ਰਹੇ ਹੈ, with a fine tooth comb after taking shop, ਜਿਵੇਂ ਆਪਾਂ ਕਹਿੰਦੇ ਹਾਂ ਕਿ taking like shop ਤੋਂ ਲੈਣ ਤੋਂ ਬਾਅਦ ਜਿਹੜੇ fine tooth, like ਜਿੱਦਾਂ tooth comb ਹੁੰਦਾ, ਉਹਦੇ ਜਿਹੜੇ ਟੁੱਥ ਹੁੰਦੇ, ਦੰਦੇ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨਾਂ ਦੇ ਵਿੱਚ ਜਿੰਨਾ ਜ਼ਿਆਦਾ ਸਪੇਸ ਹੁੰਦਾ, ਇੱਦਾਂ ਹੀ ਗੇਮਸ ਦੇ ਵਿੱਚ ਸਪੇਸ ਹੈ, ਲਾਈਕ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਦੀ ਲਾਈਕ ਜਿਹੜੇ ਇੱਥੇ ਇੱਕ ਫਰੇਜ਼ਲ, ਸੌਰੀ ਇੱਕ ਈਡੀਅਮ ਯੂਜ਼ ਕੀਤਾ ਗਿਆ, ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਦੋ ਚੀਜ਼ਾਂ ਦੇ ਵਿੱਚ ਜਿਹੜਾ ਡਿਫਰੈਂਸ ਹੁੰਦਾ, ਉੱਦਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਫਾਈਨ ਟੁੱਥ ਕੌਮ, ਲਈ ਸਹੀ ਜਿਹੜਾ ਕੰਘਾ ਹੈਗਾ ਉਹਦੇ 'ਚ ਜਿਹੜੇ ਦੰਦੇ ਹੁੰਦੇ ਉਹਨਾਂ ਦੇ ਵਿੱਚ ਫਰਕ ਹੁੰਦਾ। ਦ ਡਾਇਲੋਗ ਇਜ਼ ਯੂਜ਼ੂਅਲੀ ਪਲੀਜ਼ੈਂਟ, ਕਿ ਇਹ ਡਾਇਲੋਗ ਤਾਂ ਅਕਸਰ ਮਤਲਬ ਪਲੀਜ਼ੈਂਟ ਹੈ, ਹਰ ਕੋਈ ਬੋਲਦਾ ਹੈ, ਮੇ ਵੀ ਤੁਸੀਂ ਪੰਜਾਬੀ 'ਚ ਵੀ ਕਦੇ ਸੁਣਿਆ ਹੋਣਾ। ਆਲਦੋ ਹਾਲਾਂਕਿ ਦਾ ਡਿਬੇਟ ਕੈਨ ਗੈਟ ਪ੍ਰੀਟੀ ਇੰਟੈਂਸ ਐਟ ਟਾਈਮ, ਤੇ ਡਿਬੇਟ ਇਸ ਤਰ੍ਹਾਂ ਵੀ ਇੰਟੈਂਸ ਮਤਲਬ ਥੋੜੀ ਗੰਭੀਰ ਹੋ ਜਾਂਦੀ ਹੈ। ਪੋਲੀਟਿਕਸ, ਜਦੋਂ ਪੋਲੀਟਿਕਸ ਦੀ ਗੱਲ ਹੁੰਦੀ ਹੈ, ਐਜ਼ ਦ ਪ੍ਰੀਵੀਅਸਲੀ ਸਟੇਟਡ ਇਜ਼ ਅ ਟੋਪਿਕ ਦੈਟ ਫ੍ਰੀਕੁਐਂਟਲੀ ਕਮਸ ਅਪ ਇਨ ਡਿਸਕਸ਼ਨ, ਤੇ ਇਹ ਇਹੋ ਜਿਹਾ ਟੋਪਿਕ ਹੈ ਜਿਹੜਾ ਬੜੀ ਹੀ ਜਲਦੀ ਡਿਸਕਸ਼ਨ ਦੇ ਵਿੱਚ ਆ ਜਾਂਦਾ ਹੈ। ਪੋਲੀਟਿਕਸ ਹੈਜ਼ ਦਾ ਪੋਟੈਂਸ਼ੀਅਲ ਟੂ ਹੈਵ ਅ ਸਿਗਨੀਫਿਕੈਂਟ ਇੰਪੈਕਟ ਔਨ ਪੀਪਲਸ ਡੇਲੀ ਲਾਈਫ, ਤੇ ਪੋਲੀਟਿਕਸ ਜਿਹੜੇ ਹੈਗੇ ਉਹਦੇ ਵਿੱਚ ਇੰਨੀ ਜ਼ਿਆਦਾ ਸ਼ਮਤਾ ਹੁੰਦੀ ਹੈ ਕਿ ਉਹ ਲੋਕਾਂ ਦੇ ਡੇਲੀ ਲਾਈਫ 'ਤੇ ਇੰਪੈਕਟ ਕਰ ਸਕੇ। ਦਸ ਮੋਸਟ ਮੈਨ, ਤਾਂ ਜ਼ਿਆਦਾਤਰ ਜਿਹੜੇ ਮੈਨ ਹੁੰਦੇ ਆ, ਇੰਡੀਡ ਵੀਮਨ, ਇੱਥੋਂ ਤੱਕ ਕਿ ਸੱਚ ਹੈ ਵੀ ਜਿਹੜੀਆਂ ਵੀਮਨ ਵੀ ਹੁੰਦੀਆਂ ਮਸਟ ਕੀਪ ਅਪ ਵਿਦ ਦ ਨਿਊਐਸਟ ਪੋਲੀਟੀਕਲ ਨਿਊਜ਼, ਤਾਂ ਉਹ ਵੀ ਕੀ ਹੁੰਦੀਆਂ, ਬਹੁਤ ਮਸਟ ਹੈ ਉਹਨਾਂ ਲਈ ਕਿ ਆਹੋ ਉਹਨਾਂ ਦੇ ਵਿੱਚ ਵੀ ਪੋਲੀਟੀਕਲ ਨਿਊਜ਼ ਉਹਨਾਂ ਨੂੰ ਪਤਾ, ਮਤਲਬ ਅੱਜ ਕੱਲ੍ਹ ਮੈਨ ਹੀ ਨਹੀਂ ਵੀਮਨ ਵੀ ਉਹਦੇ ਬਾਰੇ ਗੱਲਾਂ ਕਰਦੀਆਂ ਨੇ। ਹਾਊ ਅਬਾਊਟ ਵੀਮਨ, ਤਾਂ ਵੀਮਨ ਦੀ ਗੱਲ ਕਰੀਏ ਹੁਣ, ਆਈ ਬਿਲੀਵ ਦੈਟ, ਮੈਨੂੰ ਇਹ ਲੱਗਦਾ ਵੀਮਨ ਐਂਡ ਮੈਨ ਡਿਸਕਸ ਮੈਨੀ ਆਫ ਦ ਸੇਮ ਟੋਪਿਕਸ, ਉਹ ਸੇਮ ਟੋਪਿਕਸ ਨੂੰ, ਬਹੁਤ ਜ਼ਿਆਦਾ ਸੇਮ ਟੋਪਿਕਸ ਨੂੰ ਡਿਸਕਸ ਕਰਦੇ ਆ, ਐਂਡ ਦੈਟ ਦੇਅਰ ਇਜ਼ਨਟ ਮਚ ਆਫ ਅ ਡਿਫਰੈਂਸ, ਤੇ ਇਹਦੇ ਵਿੱਚ ਕੋਈ ਵੀ ਜ਼ਿਆਦਾ ਵੱਡਾ ਡਿਫਰੈਂਸ ਨਹੀਂ ਹੈਗਾ। ਮਾਈ ਕਨਵਰਸੇਸ਼ਨਸ ਵਿਦ ਵੀਮਨ ਆਰ ਮਚ ਦ ਸੇਮ ਐਜ਼ ਵਿਦ ਮੇਲਸ, ਮੇਰੀਆਂ ਕਨਵਰਸੇਸ਼ਨ ਵੀਮਨ ਦੇ ਨਾਲ ਵੀ ਉਵੇਂ ਹੀ ਹੁੰਦੀਆਂ ਜਿਵੇਂ ਦੀਆਂ ਮੇਲਸ ਨਾਲ ਹੁੰਦੀਆਂ, ਵਿਚ ਆਈ ਫਾਈਂਡ ਇੰਟਰਸਟਿੰਗ, ਜਿਹੜੀਆਂ ਮੈਨੂੰ ਇੰਟਰਸਟਿੰਗ ਲੱਗਦੀਆਂ। ਵੀਮਨ ਆਰ ਮੋਰ ਲਾਈਕਲੀ ਦੈਨ ਮੇਲਸ ਟੂ ਡਿਸਕਸ ਅਬਾਊਟ ਫੈਸ਼ਨ, ਫੈਸ਼ਨ ਨੂੰ ਡਿਸਕਸ ਕਰਨ ਦੇ ਰਿਗਾਰਡਿੰਗ ਵੀਮਨਸ ਜਿਹੜੀਆਂ ਹੁੰਦੀਆਂ ਉਹ ਜ਼ਿਆਦਾ ਚਾਹਵਾਨ ਹੁੰਦੀਆਂ ਮੇਲਸ ਨਾਲੋਂ, ਸਪੈਸ਼ਲੀ ਸਿੰਸ ਵੀਮਨ ਆਰ ਅੰਡਰ ਅ ਲੋਟ ਆਫ ਪ੍ਰੈਸ਼ਰ ਟੂ ਲੁੱਕ ਦੇਅਰ ਬੈਸਟ, ਤੇ ਸਪੈਸ਼ਲੀ ਉਦੋਂ ਜਦੋਂ ਵੀਮਨ ਜਿਹੜੀਆਂ ਹੁੰਦੀਆਂ ਆਪਦੇ ਆਪ ਨੂੰ ਸੋਹਣਾ ਜਾਂ ਆਪਦੇ ਆਪ ਨੂੰ ਬੈਸਟ ਦਿਖਾਉਣ ਦੇ ਪ੍ਰੈਸ਼ਰ ਵਿੱਚ ਹੁੰਦੀਆਂ, ਤਾਂ ਉਹਨਾਂ ਦੀ ਫੈਸ਼ਨ ਦੇ ਰਿਗਾਰਡਿੰਗ ਜ਼ਿਆਦਾ ਚੋਇਸ ਹੁੰਦੀ ਹੈ ਜਾਂ ਜ਼ਿਆਦਾ ਗੱਲਾਂ ਹੁੰਦੀਆਂ ਨੇ। What is the difference between a face-to-face conversation and a phone call? One of the most significant distinction ਹੁੰਦਾ ਹੈ difference in my opinion is that, ਇੰਨੇ ਸਾਰੇ difference ਤੋਂ ਸਭ ਤੋਂ important ਮੇਰੇ opinion 'ਚ ਇਹ ਆ, you can talk to anyone, ਕਿ ਤੁਸੀਂ ਕਿਸੇ ਦੇ ਨਾਲ ਵੀ ਗੱਲ ਕਰ ਸਕਦੇ ਹੋ, even on the opposite side of the planet, ਚਾਹੇ planet ਦੀ ਦੂਸਰੀ ਸਾਈਡ ਲਾਈਕ ਇੰਡੀਆ ਤੋਂ ਦੂਸਰੀ ਸਾਈਡ ਲਾਈਕ ਅਮਰੀਕਾ, ਸੋ ਕਿਸੇ ਨਾਲ ਵੀ ਤੁਸੀਂ ਗੱਲ ਸਕਦੇ ਹੋ at any time, ਕਿਸੇ ਵੀ ਸਮੇਂ ਤੁਸੀਂ ਗੱਲ ਕਰ ਸਕਦੇ ਹੋ। if you wanted to speak with them in person you would have to fly for many hours, ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ
ਉਹਨਾਂ ਦੇ ਨਾਲ ਇਨ ਪਰਸਨ ਹੋ ਕੇ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਈ ਘੰਟਿਆਂ ਦੀ ਹਵਾਈ ਯਾਤਰਾ ਕਰਕੇ ਜਾਣਾ ਪਊਗਾ ਟੂ ਅਕੰਪਲਿਸ਼ ਹੁੰਦਾ ਕੰਪਲੀਟ ਕਰਨਾ ਵਟ ਅ ਫੋਨ ਕੈਨ ਡੂ ਇਨ ਸੈਕਿੰਡਸ। ਮਤਲਬ ਜਿਹੜੀ ਯਾਤਰਾ ਤੁਸੀਂ ਕਈ ਘੰਟਿਆਂ ਦੀ ਫਲਾਈ ਕਰਕੇ ਜਾਂਦੇ ਹੋ ਕਿਸੇ ਨਾਲ ਇਨ ਪਰਸਨ ਮਿਲਣ, ਉਹਨੂੰ ਫੋਨ ਜਿਹੜਾ ਉਹ ਸੈਕਿੰਡਸ ਦੇ ਵਿੱਚ ਪੂਰਾ ਕਰ ਦਿੰਦਾ ਹੈ। ਨੋਟ ਟੂ ਮੈਂਸ਼ਨ ਦ ਫਾਈਨੈਂਸ਼ੀਅਲ ਇੰਪਲੀਕੇਸ਼ਨਸ, ਉਹਨਾਂ ਨੇ ਕਿਹਾ ਕਿ ਫਾਈਨੈਂਸ਼ੀਅਲ ਇੰਪਲੀਕੇਸ਼ਨਸ ਨੂੰ ਮੈਂਸ਼ਨ ਕਰਨ ਦੀ ਤਾਂ ਜ਼ਰੂਰਤ ਹੀ ਨਹੀਂ। ਵੈਨ ਅ ਕਨਵਰਸੇਸ਼ਨ ਇਜ਼ਨਟ ਹੈਲਡ ਇਨ ਪਰਸਨ, ਜਦੋਂ ਇੱਕ ਕਨਵਰਸੇਸ਼ਨ ਪਰਸਨ ਟੂ ਪਰਸਨ ਨਹੀਂ ਹੁੰਦੀ, ਥਰੂ ਸਮਵਨ ਇਜ਼ ਲੋਸਟ, ਤਾਂ ਕੋਈ ਚੀਜ਼ ਕਿ ਉਹਨੇ ਕੁਛ ਲਾਈਕ ਲੋਸਟ ਹੋ ਜਾਂਦਾ ਹੈ ਨਾ ਡਿਊਰਿੰਗ ਅ ਵੀਡੀਓ ਕਨਵਰਸੇਸ਼ਨ। ਤਾਂ ਹੁਣ ਵੀਡੀਓ ਕਨਵਰਸੇਸ਼ਨ ਦੀ ਜਿਹੜੀ ਅੱਜ ਕੱਲ੍ਹ ਗੱਲ ਹੈ, ਦੇਅਰ ਫੇਸ਼ੀਅਲ ਐਕਸਪ੍ਰੈਸ਼ਨ, ਬੋਡੀ ਲੈਂਗੁਏਜ ਐਂਡ ਈਵਨ ਦ ਰਿਚਨੈਸ ਆਫ ਦੇਅਰ ਵੋਇਸ ਆਰ ਲੋਸਟ ਟੂ ਸਮ ਐਕਸਟੈਂਟ। ਤਾਂ ਉਹਨਾਂ ਦੀ ਜਿਹੜੀ ਰਿਚਨੈਸ ਹੈਗੀ ਹੈ ਵੋਇਸ ਦੀ, ਉਹ ਵੀ ਕੁਛ ਹੱਦ ਤੱਕ ਲੋਸਟ ਹੋ ਜਾਂਦੀ ਹੈ ਕੰਪਲੀਟਲੀ ਡਿਊਰਿੰਗ ਅ ਸਟੈਂਡਰਡ ਆਡੀਓ ਓਨਲੀ ਫੋਨ ਕੰਟੈਕਟ। ਅਤੇ ਸਟੈਂਡਰਡ ਆਡੀਓ ਕਦੋਂ ਹੁੰਦਾ, ਜਦੋਂ ਆਪਾਂ ਸਿਰਫ ਵੋਇਸ ਕੰਟੈਕਟ। ਉਹਨਾਂ ਨੇ ਕਿਹਾ ਕਿ ਜੇ ਆਪਾਂ ਵੀਡੀਓ ਕਨਵਰਸੇਸ਼ਨ ਕਰਦੇ ਹਾਂ ਉਹਦੇ ਵਿੱਚ ਵੀ ਕੁਛ ਹੱਦ ਤੱਕ ਇਹ ਚੀਜ਼ਾਂ ਲੋਸਟ ਹੋ ਜਾਂਦੀਆਂ, ਬਟ ਜੇ ਆਪਾਂ ਫੋਨ ਕਾਲ 'ਤੇ ਗੱਲ ਕਰਦੇ ਹਾਂ ਤਾਂ ਉਹ ਚੀਜ਼ ਕੀ ਆਪਾਂ ਨੂੰ ਸਟੈਂਡਰਡ ਆਡੀਓ ਲਾਈਕ ਆਡੀਓ ਐਕਸਪੀਰੀਅੰਸ ਦਿੰਦੀ ਹੈ। ਵਾਈ ਆਰ ਸਮ ਪੀਪਲ, ਹੁਣ ਲਿਟਲ ਬਿਟ ਲੈਟ ਮੀ ਕਲੀਅਰ ਇਟਸ ਮੋਰ। ਇਹਦੇ ਵਿੱਚ ਵੀਡੀਓ ਕਨਵਰਸੇਸ਼ਨ ਮੈਂ ਐਡ ਕਿਉਂ ਕੀਤੀ ਹੈ, ਬਿਕੋਜ਼ ਉਹ ਵੀ ਤਾਂ ਇੱਕ ਤਰ੍ਹਾਂ ਦੀ ਫੇਸ ਟੂ ਫੇਸ ਕਨਵਰਸੇਸ਼ਨ ਹੀ ਹੈ। ਸੋ ਪਹਿਲੀ ਫੇਸ ਟੂ ਫੇਸ ਮੈਂ ਕਹੀਏ ਕਿ ਆਪਾਂ ਨੂੰ ਕਾਫੀ ਮੀਲ ਦੀ ਦੂਰੀ ਕਰਕੇ ਜਾਣਾ ਪਊਗਾ, ਬਟ ਫੋਨ ਕਾਲ ਉਹਨੂੰ ਇੱਕ ਸੈਕਿੰਡਸ ਦੇ ਵਿੱਚ ਕਰ ਦਿੰਦੀ ਹੈ। ਦੂਸਰਾ ਮੈਂ ਵੀਡੀਓ ਕਾਲ ਦਾ ਐਗਜ਼ਾਮਪਲ ਹੈ ਕਿ ਉਹਦੇ ਵਿੱਚ ਵੀ ਫੇਸ਼ੀਅਲ ਐਕਸਪ੍ਰੈਸ਼ਨ, ਬੋਡੀ ਲੈਂਗੁਏਜ ਦਾ ਆਪਾਂ ਨੂੰ ਨਹੀਂ ਪਤਾ ਲੱਗਦਾ। ਈਵਨ ਕਈ ਵਾਰੀ ਕੀ ਹੁੰਦੀ ਹੈ ਕਿ ਈਵਨ ਦ ਰਿਚਨੈਸ ਆਫ ਦੇਅਰ ਵੋਇਸ ਆਰ ਲੋਸਟ ਟੂ ਸਮ ਐਕਸਟੈਂਟ। ਕਈ ਵਾਰ ਜਿਵੇਂ ਨੈਟਵਰਕ ਖਰਾਬ ਹੋ ਜਾਂਦਾ ਤਾਂ ਡੈਫੀਨੇਟਲੀ ਆਪਾਂ ਨੂੰ ਵੋਇਸ ਦਾ ਪੂਰਾ ਕਲੀਅਰ ਵੀ ਨਹੀਂ ਹੁੰਦਾ, ਜਿਹਦੇ ਨਾਲੋਂ ਕੀ ਹੈ ਜਿਹੜੀ ਫੋਨ ਕਾਲ ਹੈਗੀ ਉਹਦੀ ਆਡੀਓ ਬੈਟਰ ਹੈ। ਸੋ ਉਹਨੂੰ ਕੀ ਕੀਤਾ ਫੇਸ ਟੂ ਫੇਸ ਕਨਵਰਸੇਸ਼ਨ ਵਿੱਚ ਰਿਲੇਟ ਕੀਤਾ। ਵਾਈ ਆਰ ਸਮ ਪੀਪਲ ਨਰਵਸ ਵੈਨ ਗਿਵਿੰਗ ਅ ਪ੍ਰੈਜੈਂਟੇਸ਼ਨ, ਕਿਉਂ ਕੁਛ ਲੋਕੀ ਨਰਵਸ ਹੁੰਦੇ ਜਦੋਂ ਪ੍ਰੈਜੈਂਟੇਸ਼ਨ ਦਿੰਦੇ ਆ। ਆਈ ਬਿਲੀਵ, ਮੈਨੂੰ ਇਹ ਲੱਗਦਾ ਦੇਅਰ ਵਾਜ਼ ਅ ਰਿਸਰਚ, ਇੱਕ ਰਿਸਰਚ ਹੋਈ ਹੈ ਦੈਟ ਕਨਕਲੂਡਡ ਮੋਸਟ ਪੀਪਲ ਆਰ ਮੋਰ ਟੈਰੀਫਾਈਡ ਆਫ ਪਬਲਿਕ ਸਪੀਕਿੰਗ ਦੈਨ ਡੈਥ, ਕਿ ਲੋਕਾਂ ਨੂੰ ਮਰਨ ਤੋਂ ਜ਼ਿਆਦਾ ਪਬਲਿਕ ਦੇ ਵਿੱਚ ਸਪੀਕ ਕਰਨ ਦੇ ਵਿੱਚ ਜ਼ਿਆਦਾ ਡਰ ਲੱਗਦਾ ਹੈ। ਇਟ ਕੁਡ ਬੀ ਅ ਫੀਅਰ ਆਫ ਬੀਇੰਗ ਜਜਡ, ਇਹ ਡਰ ਹੋ ਸਕਦਾ ਹੈ ਕਿ ਸਾਨੂੰ ਕੋਈ ਜੱਜ ਕਰੂਗਾ, ਔਰ ਮੇਕਿੰਗ ਅ ਸੀਰੀਅਸ ਐਰਰ ਇਨ ਫਰੰਟ ਆਫ ਅਦਰ, ਕਿ ਅਸੀਂ ਕੋਈ ਸੀਰੀਅਸ ਐਰਰ ਵੀ ਨਾ ਕਰ ਦਈਏ ਲੋਕਾਂ ਦੇ ਸਾਹਮਣੇ। ਆਈ ਯੂਜ਼ ਟੂ ਬੀ ਫਰਾਈਟਨਡ ਆਫ ਸਪੀਕਿੰਗ ਇਨ ਫਰੰਟ ਆਫ ਅ ਗਰੁੱਪ ਆਫ ਪੀਪਲ। ਉਹਨੇ ਕਿਹਾ ਕਿ ਮੈਂ ਜਿਹੜਾ ਆ ਲਾਈਕ ਮੈਨੂੰ ਬੜਾ ਡਰ ਲੱਗਦਾ ਸੀਗਾ ਜਦੋਂ ਮੈਂ ਇੱਕ ਗਰੁੱਪ ਆਫ ਪੀਪਲ ਦੇ ਮੂਹਰੇ ਸਪੀਕ ਕਰਦਾ ਸੀ, ਬੋਲਦਾ ਸੀ, ਸਪੈਸ਼ਲੀ ਇਫ ਦੇ ਵਰ ਮਾਈ ਕਲਾਸਮੇਟ, ਸਪੈਸ਼ਲੀ ਕਿ ਜੋ ਮੇਰੇ ਕਲਾਸਮੇਟ ਹੋਣ। Presentations were required in several of my classes on a regular basis. Regular basis 'ਚ ਮੈਂ ਬਹੁਤ ਸਾਰੀ classes ਦੇ ਵਿੱਚ presentation ਮੈਨੂੰ ਦੇਣੀ ਪਈ, and I despised those presentation days। ਤੇ ਮੈਂ ਉਹਨਾਂ presentation ਦੇ ਦੇਣੇ ਮਤਲਬ ਮੈਂ ਉਹ ਦਿਨ ਜਾਂਦਾ ਹੀ ਨਹੀਂ ਸੀ ਸਕੂਲ, ਛੱਡ ਦਿੰਦਾ ਸੀ। I would babble at a million miles per hour to get it over with as soon as possible। ਤਾਂ ਉਹਨਾਂ ਨੇ ਕਿਹਾ ਕਿ ਮੈਂ ਇੰਨਾ ਜ਼ਿਆਦਾ babble ਹੁੰਦਾ, murmuring ਕਰਨਾ, ਲਾਈਕ ਬੋਲਣਾ ਹੀ ਜਾਣਾ million miles per hour, ਲਾਈਕ ਪਹਿਲਾਂ ਵੀ ਬੋਲੀ ਜਾਣਾ ਤਾਂ ਕਿ ਇਹ ਚੀਜ਼ ਕੀ ਹੈ ਜਲਦੀ ਜਲਦੀ ਓਵਰ ਹੋ ਜਾਵੇ। ਮੈਨੂੰ ਉੱਥੇ ਵੀ ਜਾ ਕੇ ਮਤਲਬ ਮੈਂ ਇੱਦਾਂ ਵਧੀਆ ਨਹੀਂ ਦਿੰਦਾ ਸੀ, ਬਸ ਜਲਦੀ ਮੈਂ ਬੋਲ ਦਿੰਦਾ ਸੀ ਤਾਂ ਕਿ ਇਹ ਪ੍ਰੈਜੈਂਟੇਸ਼ਨ ਜਲਦੀ ਖਤਮ ਹੋ ਜਾਵੇ। ਇਜ਼ ਇਟ ਅਪਰੋਪਰੀਏਟ ਟੂ ਮੇਕ ਜੋਕਸ ਡਿਊਰਿੰਗ ਅ ਪ੍ਰੈਜੈਂਟੇਸ਼ਨ, ਕਿ ਪ੍ਰੈਜੈਂਟੇਸ਼ਨ ਦੇ ਡਿਊਰਿੰਗ ਜੋਕਸ ਨੂੰ ਬਣਾਉਣਾ ਕੀ ਐਪਰੋਪਰੀਏਟ ਹੈ। ਲਾਈਕ ਮੋਸਟ ਥਿੰਗਸ ਇਨ ਲਾਈਫ, ਜਿਵੇਂ ਕਿ ਜ਼ਿੰਦਗੀ ਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ, ਆਈ ਬਿਲੀਵ ਇਟ ਡਿਪੈਂਡਸ, ਮੈਨੂੰ ਲੱਗਦਾ ਕਿ ਇਹ ਡਿਪੈਂਡ ਕਰਦਾ। ਯੂ ਮਸਟ ਬੀ ਏਬਲ ਟੂ ਰੀਡ ਯੂਰ ਆਡੀਅੰਸ, ਤੁਹਾਨੂੰ ਸਭ ਤੋਂ ਪਹਿਲਾਂ ਆਪਦੀ ਆਡੀਅੰਸ ਨੂੰ ਰੀਡ ਕਰਨਾ ਚਾਹੀਦਾ, ਮਤਲਬ ਕਿ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਕਿਹੋ ਜਿਹੀ ਆਡੀਅੰਸ ਮੇਰੇ ਅੱਗੇ ਬੈਠੀ, ਐਂਡ ਡਿਟਰਮਾਈਨ ਦੇਅਰ ਲੈਵਲ ਆਫ ਰਿਸੈਪਟਿਵਿਟੀ ਟੂ ਕਾਮੇਡੀ, ਤੇ ਇਹ ਡਿਟਰਮਾਈਨ ਕਰਨਾ ਚਾਹੀਦਾ ਕਿ ਉਹਨਾਂ ਨੂੰ ਉਸ ਕਾਮੇਡੀ ਨੂੰ ਰਿਸੈਪਟ ਹੁੰਦਾ, ਐਕਸੈਪਟ ਕਰਨਾ ਜਾਂ ਅਗੇਨ ਕਰਨ ਦੀ ਲੈਵਲ ਕਿੰਨਾ ਕੁ ਹੈ। ਬਟ ਅ ਵੈਲ ਪਲੇਸਡ ਜੋਕ ਕੈਨ ਫ੍ਰੀਕੁਐਂਟਲੀ ਐਕਟ ਐਜ਼ ਅ ਫੈਂਟੈਸਟਿਕ ਆਈਸ ਬ੍ਰੇਕਰ, ਪਰ ਉਹਨਾਂ ਨੇ ਕਿਹਾ ਕਿ ਜੇ ਇੱਕ ਵੈਲ ਪਲੇਡ, ਇੱਕ ਚੰਗਾ ਜਿਹਾ ਜੋਕ ਆਪਾਂ ਜੇ ਕਰੈਕ ਕਰਦੇ ਹਾਂ ਦੈਨ ਡੈਫੀਨੇਟਲੀ ਇੱਕ ਫੈਂਟੈਸਟਿਕ ਆਈਸ ਬ੍ਰੇਕਰ, ਲਾਈਕ ਇੱਕ ਵਧੀਆ ਜਿਹਾ ਜੋਕ ਜਾਂ ਜ਼ੋਰ ਦੀ ਹਿੱਟ ਕਰਦੇ ਹਾਂ ਆਈਸ ਬ੍ਰੇਕਰ ਤਾਂ ਆਈਸ ਟੁੱਟ ਜਾਂਦੀ ਹੈ, ਉਵੇਂ ਹੀ ਕੀ ਕਰ ਸਕਦੇ ਹਾਂ ਇੱਕ ਵਧੀਆ ਜੋਕ ਹੋਊਗਾ ਦੈਨ ਡੈਫੀਨੇਟਲੀ ਉਹ ਲੋਕ ਉਸ ਚੀਜ਼ ਨੂੰ ਪਸੰਦ ਕਰਨਗੇ। ਦੇਅਰ ਆਰ ਕਲੀਅਰਲੀ ਸਮ ਸਰਕਮਸਟਾਂਸਿਸ, ਇੱਥੇ ਕੁਛ ਕਲੀਅਰਲੀ ਸਰਕਮਸਟਾਂਸ ਲਾਈਕ ਸਿਚੁਏਸ਼ਨਸ ਹੈ ਵੇਅਰ ਕਰੈਕਿੰਗ ਅ ਜੋਕ ਔਰ ਟੂ ਇਜ਼ ਕੰਪਲੀਟਲੀ ਇੰਪਰੋਪਰ, ਜਿੱਥੇ ਜੋਕ ਨੂੰ ਕਰੈਕ ਕਰਨਾ, ਇੱਕ ਜਾਂ ਦੋ ਜੋਕਸ ਨੂੰ ਕਰੈਕ ਕਰਨਾ ਉਹ ਕੰਪਲੀਟਲੀ ਗਲਤ ਹੈ, ਇੰਪਰੋਪਰ ਹੁੰਦਾ ਹੈ। ਸਚ ਐਜ਼ ਵੈਨ ਦ ਪ੍ਰੈਜੈਂਟੇਸ਼ਨ ਇਜ਼ ਬ੍ਰਿੰਗਿੰਗ ਬੈਡ ਨਿਊਜ਼, ਕਿ ਜਦੋਂ ਕੋਈ ਪ੍ਰੈਜੈਂਟੇਸ਼ਨ ਇੱਕ ਬੈਡ ਨਿਊਜ਼ ਦੇ ਰਹੀ ਹੈ। ਇਨ ਐਨੀ ਅਦਰ ਸਰਕਮਸਟਾਂਸਿਸ, ਦੂਸਰੇ ਸਰਕਮਸਟਾਂਸਿਸ, ਆਈ ਵੁਡ ਨਾਟ ਹੈਜ਼ੀਟੇਟ ਟੂ ਯੂਜ਼ ਰਿਊਮਰ ਐਜ਼ ਅ ਟੈਕਟਿਕ, ਬਟ ਲਾਈਕ salt a little goes a long way and I would not want a presentation to resemble a stand-up comedy club's open mic night। ਤਾਂ ਉਹਨਾਂ ਨੇ ਕਿਹਾ ਹੈ ਕਿ ਜਿਸ ਸਾਈਡ ਦੀ ਤਰ੍ਹਾਂ ਕਿ ਮੈਂ ਕਈ
ਲਾਈਕ ਮੈਂ ਪ੍ਰੈਜੈਂਟੇਸ਼ਨ ਜਦੋਂ ਦਿੰਦਾ ਹੈ ਅਤੇ ਮੈਂ ਨਹੀਂ ਚਾਹੁੰਦਾ ਕਿ ਉਹ ਪ੍ਰੈਜੈਂਟੇਸ਼ਨ ਇੱਕ ਸਟੈਂਡ ਅਪ ਕਾਮੇਡੀ ਦੀ ਤਰ੍ਹਾਂ ਬਣ ਜੇ, ਜਾਂ ਇੱਕ ਜਿਹੜਾ ਰਾਤ ਨੂੰ ਕਲੱਬ ਓਪਨ ਹੁੰਦਾ ਜਿੱਥੇ ਬਹੁਤ ਜ਼ਿਆਦਾ ਲਾਈਕ ਹਾਸੇ ਮਜ਼ਾਕ ਹੁੰਦੇ ਹੈ, ਜਾਂ ਬਹੁਤ ਜ਼ਿਆਦਾ ਲਾਈਕ ਆਪਾਂ ਕਹਿ ਸਕਦੇ ਹਾਂ ਇੰਜੋਏਮੈਂਟ ਹੁੰਦਾ ਹੈ, ਉਸ ਟਾਈਪ ਦਾ ਇੱਕ ਪ੍ਰੈਜੈਂਟੇਸ਼ਨ ਹਾਊਸ ਨਾ ਬਣ ਜੇ। ਇਸ ਲਈ ਮੈਂ ਕੀ ਕਰਦਾ, ਉੱਥੇ ਜ਼ਿਆਦਾ ਜੋਕਸ ਨੂੰ ਕਰੈਕ ਨਹੀਂ ਕਰਦਾ। So that's the end of my today's class, and you can say today's cue card and follow up questions. Hope you guys like it। ਅੱਜ ਦੇ ਜਿਹੜੇ cue card ਲਾਈਕ ਲੈਂਗੁਏਜ ਹੈਗੀ ਹੈ ਉਹ ਮੈਂ ਥੋੜੀ ਜਿਹੀ ਟਿਪੀਕਲ ਯੂਜ਼ ਕੀਤੀ ਹੈ, ਥੋੜੀ ਜਿਹੀ ਇਹਦੇ ਵਿੱਚ ਨਿਊ ਵਰਡਸ ਐਡ ਕੀਤੇ ਹੈ, ਈਡੀਅਮਸ ਐਂਡ ਫਰੇਜ਼ਲ ਵਰਬ ਵੀ ਐਡ ਕੀਤੀਆਂ ਹੈ, ਐਂਡ ਆਈ ਟਰਾਈਡ ਟੂ ਐਕਸਪਲੇਨ ਇਟ ਟੂ ਯੂ ਮੋਰ ਬਰੀਫਲੀ। ਸੋ ਹੋਪ ਯੂ ਗਾਈਜ਼ ਅੰਡਰਸਟੈਂਡ ਇਟ ਵੈਰੀ ਵੈਲ। ਸੋ ਇਫ ਯੂ ਆਰ ਨਿਊ, ਅਗਰ ਆਪ ਜੇ ਤੁਸੀਂ ਮੇਰੀ ਵੀਡੀਓਜ਼ ਜਿਹੜੀ ਉਹ ਫਸਟ ਟਾਈਮ ਦੇਖ ਰਹੇ ਹੋ, then you can also watch my another video, even you should watch on writing and your another speaking cue cards and with follow-ups, and you should also subscribe my channel to getting upcoming videos. So thank you, bye, let's meet in a new video.